Good morning, students. Hope you all are good and fine. Dear students, due to present circumstances, we are struggling with lack of education. That's why we have started online classes. You must take advantage of this opportunity. Now it's easy to make connection with you all, and this will help us to maintain the flow of study. Let's start. Today we will discuss and start second chapter of your main course book. The name of chapter is Plants Also Breathe and Feel. ਹਾਂਜੀ ਬੱਚੇ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਲੈਸਨ ਦੇ ਬਾਰੇ ਵਿੱਚ ਬਹੁਤ ਸ਼ਾਰਟ ਦੇ ਵਿੱਚ ਦੱਸਾਂਗੀ। ਉਸ ਤੋਂ ਬਾਅਦ ਅਸੀਂ ਇਸ ਲੈਸਨ ਨੂੰ ਪੂਰੀ ਡਿਟੇਲ ਦੇ ਵਿੱਚ ਪੜਾਂਗੇ। ਹਾਂਜੀ ਬੱਚੇ, ਜੋ ਇਹ ਲੈਸਨ ਆ ਉਹ ਇੰਡੀਆ ਦੇ ਜਿਹੜੇ ਗ੍ਰੇਟ ਸਾਇੰਟਿਸਟ ਸੀਗੇ ਜਗਦੀਸ਼ ਚੰਦਰ ਬੋਸ, ਉਹਨਾਂ ਦੀ ਲਾਈਫ ਦੇ ਨਾਲ ਰਿਲੇਟਡ ਆ ਅਤੇ ਜੋ ਉਹਨਾਂ ਨੇ ਖੋਜ ਕੀਤੀ ਉਸ ਦੇ ਨਾਲ ਰਿਲੇਟਡ ਆ। ਜਗਦੀਸ਼ ਚੰਦਰ ਬੋਸ ਸੀ ਜਿਹੜੇ ਉਹ ਇੰਡੀਆ ਦੇ ਇੱਕ ਪ੍ਰਸਿੱਧ ਵਿਗਿਆਨੀ ਹੋਏ ਹਨ ਅਤੇ ਇਸ ਲੈਸਨ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਇਨਸਾਨ ਫੀਲ ਕਰਦੇ ਨੇ ਉਸੇ ਤਰ੍ਹਾਂ ਜਿਹੜੇ ਰੁੱਖ ਜਾਂ ਪੌਦੇ ਨੇ ਉਹ ਵੀ ਫੀਲ ਕਰਦੇ ਨੇ, ਉਹਨਾਂ ਦੇ ਵਿੱਚ ਵੀ ਲਾਈਫ ਹੁੰਦੀ ਆ, ਉਹ ਵੀ ਮਹਿਸੂਸ ਕਰ ਸਕਦੇ ਨੇ ਅਤੇ ਉਹਨਾਂ ਦੇ ਜੋ ਆਲੇ ਦੁਆਲੇ ਦਾ ਵਾਤਾਵਰਨ ਹੈ ਉਸ ਦਾ ਉਹਨਾਂ ਦੇ ਜੀਵਨ ਦੇ ਉੱਪਰ ਬਹੁਤ ਪ੍ਰਭਾਵ ਪੈਂਦਾ ਹੈ। ਜਿਸ ਤਰ੍ਹਾਂ ਇੱਕ ਇਨਸਾਨ ਆ ਉਹ ਖੁਸ਼ੀ ਮਹਿਸੂਸ ਕਰਦਾ, ਦੁੱਖ ਮਹਿਸੂਸ ਕਰਦਾ ਜਾਂ ਉਦਾਸ ਹੁੰਦਾ, ਉਸੇ ਤਰ੍ਹਾਂ ਜਿਹੜੇ ਪੌਦੇ ਨੇ ਜਾਂ ਰੁੱਖ ਨੇ ਉਹ ਵੀ ਖੁਸ਼ੀ ਵੀ ਮਹਿਸੂਸ ਕਰਦੇ ਨੇ, ਦੁਖੀ ਵੀ ਹੁੰਦੇ ਨੇ ਅਤੇ ਉਹਨਾਂ ਦੇ ਵਿੱਚ ਥਕਾਵਟ ਵੀ ਹੁੰਦੀ ਆ। ਹਾਂਜੀ ਬੱਚੇ, ਮੈਂ ਹੁਣ ਇਸ ਲੈਸਨ ਦੀ ਇੱਕ ਇੱਕ ਲਾਈਨ ਨੂੰ ਪਹਿਲਾਂ ਇੰਗਲਿਸ਼ ਵਿੱਚ ਪੜ੍ਹਾਂਗੀ ਅਤੇ ਫਿਰ ਉਸ ਨੂੰ ਪੰਜਾਬੀ ਵਿੱਚ ਟਰਾਂਸਲੇਟ ਕਰਾਂਗੀ। ਬੱਚੇ, ਤੁਹਾਨੂੰ ਸਾਰਿਆਂ ਨੂੰ ਰਜੇ ਐਡਵਾਈਸ ਆ ਕਿ ਤੁਹਾਨੂੰ ਇਸ ਲੈਸਨ ਦੇ ਵਿੱਚ ਜੋ ਵੀ ਵਰਡ ਨਵਾਂ ਲੱਗੇ ਜਾਂ ਫਿਰ ਔਖਾ ਲੱਗੇ ਤਾਂ ਤੁਸੀਂ ਉਸ ਨੂੰ ਆਪਣੀ ਨੋਟਬੁੱਕ 'ਤੇ ਨੋਟ ਕਰ ਲਵੋ। ਚਲੋ ਫਿਰ ਆਪਾਂ ਹੁਣ ਲੈਸਨ ਸਟਾਰਟ ਕਰਦੇ ਹਾਂ। It was an event that surprised the scientific world. ਇਸ ਘਟਨਾ ਨੇ ਵਿਗਿਆਨਿਕ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। It was an undreamed of thing. ਇਹ ਇੱਕ ਇਸ ਤਰ੍ਹਾਂ ਦੀ ਚੀਜ਼ ਜਾਂ ਘਟਨਾ ਸੀ ਜਿਸ ਦੇ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਜਾ ਸਕਦਾ। ਅਨਡ੍ਰੀਮਡ ਮੀਨਸ ਸੁਪਨੇ ਵਿੱਚ ਵੀ ਨਾ ਸੋਚਿਆ ਜਾ ਸਕਦਾ ਹੋਵੇ ਜਿਸ ਦੇ ਬਾਰੇ 'ਚ। Here was a man who had built a unique instrument. ਇੱਕ ਵਿਅਕਤੀ ਨੇ ਇੱਕ ਇਸ ਤਰ੍ਹਾਂ ਦੇ ਅਨੋਖੇ ਉਪਕਰਨ ਨੂੰ ਬਣਾਇਆ। An instrument that could measure the growth of plants. ਇਸ ਤਰ੍ਹਾਂ ਦਾ ਇੰਸਟਰੂਮੈਂਟ ਜੋ ਕਿ ਪੌਦਿਆਂ ਦੇ ਵਿਕਾਸ ਨੂੰ ਮਾਪ ਸਕਦਾ ਸੀ। Here was a man who had proved with his wonderful machine that plants have hearts and can feel. ਇਸ ਵਿਅਕਤੀ ਨੇ ਆਪਣੀ ਅਦਭੁਤ ਉਪਕਰਨ ਦੇ ਨਾਲ ਇਹ ਸਿੱਧ ਕਰ ਦਿੱਤਾ ਕਿ ਪੌਦਿਆਂ ਦੇ ਦਿਲ ਹੁੰਦਾ ਹੈ ਅਤੇ ਉਹ ਫੀਲ ਕਰ ਸਕਦੇ ਹਨ। The machine showed that plants have sight and a sense which tells them that a stranger is approaching. ਇਹ ਮਸ਼ੀਨ ਨੇ ਇਹ ਦਿਖਾਇਆ ਕਿ ਪੌਦੇ ਦੇਖ ਸਕਦੇ ਹਨ ਅਤੇ ਪੌਦਿਆਂ ਦੇ ਵਿੱਚ ਇਸ ਤਰ੍ਹਾਂ ਦੀ ਸੈਂਸ ਹੁੰਦੀ ਹੈ ਜੋ ਉਹਨਾਂ ਨੂੰ ਦੱਸਦੀ ਹੈ ਕਿ ਕੋਈ ਅਜਨਬੀ ਉਹਨਾਂ ਵੱਲ ਆ ਰਿਹਾ ਹੈ। ਸਟ੍ਰੇਂਜਰ ਮੀਨਸ ਅਜਨਬੀ, ਅਣਜਾਣ, ਜਿਸ ਨੂੰ ਅਸੀਂ ਨਹੀਂ ਜਾਣਦੇ, ਅਤੇ ਅਪਰੋਚਿੰਗ ਦਾ ਮਤਲਬ ਹੁੰਦਾ ਹੈ ਜੋ ਸਾਡੇ ਨਜ਼ਦੀਕ ਆ ਰਿਹਾ ਹੋਵੇ। Your instrument is a wonderful thing. ਤੁਹਾਡਾ ਉਪਕਰਨ ਇੱਕ ਅਨੋਖੀ ਮਸ਼ੀਨ ਹੈ। Said the great man. ਮਹਾਨ ਆਦਮੀਆਂ ਨੇ ਕਿਹਾ। Who had come to the Paris Congress of Science 1900. ਜੋ ਕਿ ਪੈਰਿਸ ਵਿੱਚ 1900 ਈਸਵੀ ਵਿੱਚ ਹੋਏ ਸਾਇੰਸ ਸੰਮੇਲਨ ਵਿੱਚ ਆਏ ਸਨ। ਹਾਂਜੀ ਸਟੂਡੈਂਟ,
ਮਤਲਬ 1900 ਈਸਵੀ ਦੇ ਵਿੱਚ ਪੈਰਿਸ ਦੇ ਵਿੱਚ ਇੱਕ ਸਾਇੰਸ ਸੰਮੇਲਨ ਹੋਇਆ ਜਿਸ ਵਿੱਚ ਬਹੁਤ ਸਾਰੇ ਸਾਇੰਟਿਸਟ ਆਏ ਤੇ ਉਹਨਾਂ ਸਾਇੰਟਿਸਟ ਨੇ ਜਗਦੀਸ਼ ਚੰਦਰ ਬੋਸ ਨੂੰ ਕਿਹਾ ਕਿ ਤੁਹਾਡਾ ਜਿਹੜਾ ਉਪਕਰਨ ਆ ਇਹ ਇੱਕ ਅਨੋਖੀ ਚੀਜ਼ ਹੈ। They were amazed as the inventor showed them how to use the machine। ਜਦੋਂ ਖੋਜਕਰਤਾ ਨੇ ਉਹਨਾਂ ਨੂੰ ਦੱਸਿਆ ਕਿ ਮਸ਼ੀਨ ਨੂੰ ਕਿਸ ਤਰ੍ਹਾਂ ਵਰਤਿਆ ਜਾਂਦਾ ਹੈ ਤਾਂ ਉਹ ਬਹੁਤ ਹੈਰਾਨ ਹੋਏ। ਮੀਨਸ ਜਿਹੜਾ ਸਾਇੰਸ ਸੰਮੇਲਨ ਹੋਇਆ ਸੀ ਪੈਰਿਸ ਦੇ ਵਿੱਚ, ਉਹਦੇ ਵਿੱਚ ਜੋ ਸਾਇੰਟਿਸਟ ਆਏ ਸੀ ਉਹਨਾਂ ਨੇ ਜਗਦੀਸ਼ ਚੰਦਰ ਬੋਸ ਨੂੰ ਪੁੱਛਿਆ ਕਿ ਤੁਹਾਡਾ ਉਪਕਰਨ ਆ ਜਿਹੜਾ ਇਹ ਇੱਕ ਅਨੋਖੀ ਚੀਜ਼ ਹੈ। ਅਤੇ ਜਦੋਂ ਖੋਜ ਕਰਤਾ ਮੀਨਸ ਜਗਦੀਸ਼ ਚੰਦਰ ਬੋਸ ਨੇ ਉਹਨਾਂ ਨੂੰ ਦੱਸਿਆ ਕਿ ਇਸ ਮਸ਼ੀਨ ਨੂੰ ਅਸੀਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ ਤਾਂ ਉਹ ਬਹੁਤ ਜ਼ਿਆਦਾ ਹੈਰਾਨ ਹੋਏ। What do you call this instrument? They asked। ਉਹਨਾਂ ਨੇ ਪੁੱਛਿਆ ਕਿ ਤੁਸੀਂ ਇਸ ਮਸ਼ੀਨ ਨੂੰ ਕੀ ਕਹਿ ਕੇ ਬੁਲਾਉਂਦੇ ਹੋ। ਮੀਨਸ ਉਸ ਸੰਮੇਲਨ ਦੇ ਵਿੱਚ ਜਿਹੜੇ ਸਾਇੰਟਿਸਟ ਆਏ ਸੀਗੇ ਉਹਨਾਂ ਨੇ ਜਗਦੀਸ਼ ਚੰਦਰ ਬੋਸ ਨੂੰ ਪੁੱਛਿਆ ਕਿ ਤੁਸੀਂ ਇਸ ਮਸ਼ੀਨ ਨੂੰ ਕੀ ਕਹਿ ਕੇ ਬੁਲਾਉਂਦੇ ਹੋ। ਮੀਨਸ ਇਸ ਮਸ਼ੀਨ ਦਾ ਨਾਮ ਕੀ ਹੈ। ਕ੍ਰੈਸਕੋਗ੍ਰਾਫ ਰਿਪਲਾਈਡ ਜਗਦੀਸ਼ ਚੰਦਰ ਬੋਸ, the great scientist who had built this wonderful machine। ਤਾਂ ਜਗਦੀਸ਼ ਚੰਦਰ ਬੋਸ ਜਿਹੜੇ ਕਿ ਇੱਕ ਬਹੁਤ ਹੀ ਮਹਾਨ ਵਿਗਿਆਨੀ ਸੀਗੇ ਜਿਨ੍ਹਾਂ ਨੇ ਇਸ ਮਸ਼ੀਨ ਨੂੰ ਅਨੋਖੀ ਮਸ਼ੀਨ ਜਿਹਨੂੰ ਅਸੀਂ ਕਹਿ ਸਕਦੇ ਹਾਂ ਬਣਾਇਆ ਸੀ, ਉਹਨਾਂ ਨੇ ਕੀ ਆਨਸਰ ਦਿੱਤਾ? ਕ੍ਰੈਸਕੋਗ੍ਰਾਫ। ਮੀਨਸ ਜਗਦੀਸ਼ ਚੰਦਰ ਬੋਸ ਨੇ ਜਿਹੜੀ ਮਸ਼ੀਨ ਬਣਾਈ ਸੀਗੀ ਉਸ ਦਾ ਨਾਮ ਕੀ ਸੀਗਾ? ਕ੍ਰੈਸਕੋਗ੍ਰਾਫ। ਐਂਡ ਵੇਅਰ ਵਾਜ਼ ਇਟ ਮੇਡ? ਦ ਸਾਇੰਟਿਸਟ ਆਸਕਡ। ਤਾਂ ਜਿਹੜੇ ਉਹ ਵਿਗਿਆਨੀ ਸੀਗੇ ਜਿਹੜੇ ਉਸ ਸੰਮੇਲਨ ਦੇ ਵਿੱਚ ਆਏ ਸੀ ਉਹਨਾਂ ਦਾ ਅਗਲਾ ਕੁਐਸਚਨ ਕੀ ਸੀਗਾ ਕਿ ਇਸ ਮਸ਼ੀਨ ਨੂੰ ਕਿੱਥੇ ਬਣਾਇਆ ਗਿਆ ਸੀ। ਇਨ ਇੰਡੀਆ ਵਾਜ਼ ਦ ਆਨਸਰ। ਤੇ ਆਨਸਰ ਕੀ ਸੀਗਾ ਕਿ ਇਸ ਮਸ਼ੀਨ ਨੂੰ ਕਿੱਥੇ ਬਣਾਇਆ ਗਿਆ ਸੀ? ਉਸ ਕੁਐਸਚਨ ਦਾ ਆਨਸਰ ਕੀ ਸੀਗਾ? ਇੰਡੀਆ ਦੇ ਵਿੱਚ। ਦ ਰਿਪਲਾਈ ਕਾਊਜ਼ਡ ਗ੍ਰੇਟ ਸਰਪ੍ਰਾਈਜ਼। ਤਾਂ ਜਿਹੜਾ ਇਹ ਆਨਸਰ ਸੀਗਾ ਉਸਨੇ ਕੀ ਕੀਤਾ? ਹੋਰ ਵੀ ਜ਼ਿਆਦਾ ਉਹਨਾਂ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ। ਇੰਡੀਆ ਇਨ ਦ 19th century was well known for its greatness in the field of the fine arts, literature and philosophy। 19ਵੀਂ ਸਦੀ ਦੇ ਵਿੱਚ ਇੰਡੀਆ ਸੀ ਜੋ ਉਹ ਸਾਹਿਤ ਦੇ ਖੇਤਰ ਵਿੱਚ, ਕਲਾ ਦੇ ਖੇਤਰ ਵਿੱਚ ਅਤੇ ਦਰਸ਼ਨ ਸ਼ਾਸਤਰ ਦੇ ਖੇਤਰ ਵਿੱਚ ਨਿਪੁੰਨਤਾ ਦੇ ਲਈ ਜਾਣਿਆ ਜਾਂਦਾ ਸੀ। ਬਟ ਇਨ ਦ ਫੀਲਡ ਆਫ ਸਾਇੰਸ ਇਟ ਹੈਡ ਨਾਟ ਪ੍ਰੋਗਰੈਸਡ ਮੱਚ। ਪਰੰਤੂ ਵਿਗਿਆਨ ਦੇ ਖੇਤਰ ਵਿੱਚ ਭਾਰਤ ਨੇ ਜ਼ਿਆਦਾ ਉੱਨਤੀ ਨਹੀਂ ਕੀਤੀ ਸੀ। ਤਾਂ ਜਿਹੜੇ ਉਸ ਸੰਮੇਲਨ ਦੇ ਵਿੱਚ ਸਾਇੰਟਿਸਟ ਆਏ ਸੀਗੇ ਜਦੋਂ ਉਹਨਾਂ ਨੇ ਪੁੱਛਿਆ ਕਿ ਇਸ ਮਸ਼ੀਨ ਨੂੰ ਕਿੱਥੇ ਬਣਾਇਆ ਗਿਆ ਸੀ ਤਾਂ ਜਗਦੀਸ਼ ਚੰਦਰ ਬੋਸ ਨੇ ਆਨਸਰ ਦਿੱਤਾ ਕਿ ਇੰਡੀਆ ਦੇ ਵਿੱਚ। ਤਾਂ ਇਸ ਆਨਸਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਹੈਰਾਨ ਕੀਤਾ। ਕਿਉਂ ਹੈਰਾਨ ਕੀਤਾ? ਕਿਉਂਕਿ ਜਿਹੜੀ 19ਵੀਂ ਸਦੀ ਸੀਗੀ ਉਸ ਸਦੀ ਦੇ ਵਿੱਚ ਜਿਹੜਾ ਇੰਡੀਆ ਸੀਗਾ ਉਹ 3 ਖੇਤਰ ਦੇ ਵਿੱਚ ਨਿਪੁੰਨਤਾ ਦੇ ਲਈ ਜਾਣਿਆ ਜਾਂਦਾ ਸੀ। ਉਹ 3 ਖੇਤਰ ਕਿਹੜੇ ਸੀਗੇ? ਕਲਾ ਦੇ ਖੇਤਰ ਵਿੱਚ, ਸਾਹਿਤ ਦੇ ਖੇਤਰ ਵਿੱਚ ਅਤੇ ਦਰਸ਼ਨ ਸ਼ਾਸਤਰ ਦੇ ਖੇਤਰ ਵਿੱਚ। ਪਰੰਤੂ ਵਿਗਿਆਨ ਦੇ ਖੇਤਰ ਵਿੱਚ ਜਿਹੜਾ ਇੰਡੀਆ ਸੀਗਾ ਉਹਨੇ ਹਜੇ ਜ਼ਿਆਦਾ ਪ੍ਰੋਗਰੈਸ ਨਹੀਂ ਕੀਤੀ ਸੀ, ਜਿਸ ਵਜ੍ਹਾ ਕਰਕੇ ਉਹ ਵਿਗਿਆਨੀ ਬਹੁਤ ਜ਼ਿਆਦਾ ਹੈਰਾਨ ਹੋਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੀ ਉਹ ਮਸ਼ੀਨ ਸੀ ਜਿਹਨੂੰ ਅਸੀਂ ਕ੍ਰੈਸਕੋਗ੍ਰਾਫ ਕਹਿੰਦੇ ਹਾਂ ਉਹ ਇੰਡੀਆ ਦੇ ਵਿੱਚ ਬਣਾਈ ਗਈ ਸੀ। ਜਗਦੀਸ਼ ਚੰਦਰ ਬੋਸ with his invention made a name for himself and his country in the scientific world। ਜਗਦੀਸ਼ ਚੰਦਰ ਬੋਸ ਨੇ ਆਪਣੀ ਇਸ ਖੋਜ ਦੇ ਨਾਲ ਨਾ ਸਿਰਫ ਆਪਣਾ ਨਾਮ ਬਲਕਿ ਆਪਣੇ ਦੇਸ਼ ਦਾ ਨਾਮ ਵੀ ਵਿਗਿਆਨਿਕ ਦੁਨੀਆ ਦੇ ਵਿੱਚ ਰੌਸ਼ਨ ਕੀਤਾ। ਹਾਂਜੀ ਬੱਚੇ, ਇਸ ਤੋਂ ਅੱਗੇ ਅਸੀਂ ਇਸ ਲੈਸਨ ਦੇ ਵਿੱਚ ਜਗਦੀਸ਼ ਚੰਦਰ ਬੋਸ ਜੀ ਦੀ ਲਾਈਫ ਦੇ ਬਾਰੇ ਪੜ੍ਹਾਂਗੇ, ਉਹਨਾਂ ਦੇ ਜਨਮ ਬਾਰੇ, ਉਹਨਾਂ ਦੇ ਐਜੂਕੇਸ਼ਨ ਬਾਰੇ ਅਤੇ ਉਹਨਾਂ ਦੇ ਸਟਰਗਲ ਬਾਰੇ ਪੜ੍ਹਾਂਗੇ ਅਤੇ ਇਹ ਵੀ ਪੜ੍ਹਾਂਗੇ ਕਿ ਉਹਨਾਂ ਨੇ ਕ੍ਰੈਸਕੋਗ੍ਰਾਫ ਦੀ ਖੋਜ ਕਿਸ ਤਰ੍ਹਾਂ ਕੀਤੀ।
Bose was born in 1858 in a village in Bengal. ਬੋਸ ਦਾ ਜਨਮ 1858 ਈਸਵੀ ਵਿੱਚ ਬੰਗਾਲ ਦੇ ਇੱਕ ਪਿੰਡ ਵਿੱਚ ਹੋਇਆ। ਆਫਟਰ ਸਟੱਡਿੰਗ ਫਿਜ਼ਿਕਸ ਐਟ ਦ ਕੈਲਕੱਟਾ ਯੂਨੀਵਰਸਿਟੀ ਹੀ ਵੈਂਟ ਟੂ ਇੰਗਲੈਂਡ ਫॉर ਫਰਦਰ ਸਟੱਡੀਜ਼। ਕਲਕੱਤਾ ਯੂਨੀਵਰਸਿਟੀ ਦੇ ਵਿੱਚ ਫਿਜ਼ਿਕਸ ਦੀ ਪੜ੍ਹਾਈ ਕਰਨ ਤੋਂ ਬਾਅਦ ਅਗਲੀ ਪੜ੍ਹਾਈ ਦੇ ਲਈ ਉਹ ਇੰਗਲੈਂਡ ਚਲੇ ਗਏ। He graduated from Cambridge, then returned to India and was appointed Professor of Physics at Presidency College at Calcutta. ਇਹਨਾਂ ਨੇ ਕੈਂਬਰਿਜ ਤੋਂ ਆਪਣੀ ਡਿਗਰੀ ਲਈ ਅਤੇ ਇੰਡੀਆ ਵਾਪਿਸ ਆ ਗਏ ਤੇ ਪ੍ਰੈਜ਼ੀਡੈਂਸੀ ਕਾਲਜ ਕਲਕੱਤਾ ਦੇ ਵਿੱਚ ਫਿਜ਼ਿਕਸ ਪ੍ਰੋਫੈਸਰ ਅਪੁਆਇੰਟ ਹੋਏ। ਇੱਥੇ ਬੱਚੇ ਮੈਂ ਤੁਹਾਨੂੰ ਕੈਂਬਰਿਜ ਯੂਨੀਵਰਸਿਟੀ ਬਾਰੇ ਥੋੜ੍ਹਾ ਦੱਸਣਾ ਚਾਹੁੰਦੀ ਹਾਂ। ਕੈਂਬਰਿਜ ਯੂਨੀਵਰਸਿਟੀ ਆ ਜਿਹੜੀ ਉਹ ਇੰਗਲੈਂਡ ਦੇ ਵਿੱਚ ਆ ਅਤੇ ਕੈਂਬਰਿਜ ਆ ਜੋ ਉਹ ਇੰਗਲੈਂਡ ਦਾ ਇੱਕ ਸ਼ਹਿਰ ਆ ਅਤੇ ਇਸੇ ਸ਼ਹਿਰ ਦੇ ਨਾਮ 'ਤੇ ਇਸ ਯੂਨੀਵਰਸਿਟੀ ਦਾ ਨਾਮ ਆ ਕੈਂਬਰਿਜ ਯੂਨੀਵਰਸਿਟੀ। ਅਤੇ ਇਹ ਯੂਨੀਵਰਸਿਟੀ ਬਹੁਤ ਜ਼ਿਆਦਾ ਪੁਰਾਣੀ ਆ, ਲਗਭਗ 800 ਸਾਲ ਪੁਰਾਣੀ ਹੈ। ਡੀਅਰ ਸਟੂਡੈਂਟ, the next part of this lesson will discuss in next video. Hope you all are understand the lesson. If you have any query or doubt, you can ask in our WhatsApp group. Assalamu alaikum. Thank you. Stay home and stay healthy.